बीते दिन ही संत बाबा राम सिंह जी वालों एक आत्म हत्या की गई सी इस करके क्योंकि किसानों का दर्द उन्होंने कोलों नहीं झेलिया गया। ਜਿਹੜੇ किसान सड़कों ਤੇ सौंदे सी तो उन्होंने मन च आया कि उन्होंने वास्ते एक कुर्बानी देने की लोड़ है। तो उस तो बाद एक शहादत हुई तो उस तो बाद एक संदेश दिता जा रहा है केंद्र की सरकार नूं कि जल्द तो जल्द वो बिलों के उत्ते ਜਿਹੜੀ है अपनी जी जिद है उन्होंने खत्म करे। तो अज असीं उन्होंने डेरे पुजे जिथे कि कई शख्सियत पहुंचे थे। गुरप्रीत सिंह कांगड़ कैबिनेट मंत्री पंजाब साडे नाल गल करने तैयार ने। कांगड़ साहब की समझते हो कि इस तरह शहादत का जाम पीना, वैसे तो सिक्खी के इतिहास है क्योंकि सिख हमेशा लड़ते लड़ते ही शहीद हुए ने, तो ये की सुनिया है केंद्र सरकार नूं? जो बाबा जी की शहादत है वो लसानी है, सह है, कह है। और ਜਿਹੜੇ संत महापुरुष होंगे वो जानी जान होंगे ने और उन्होंने किसानों का दर्द वेख के ਜਿਹੜਾ ਉਹਨਾਂ ਤੋਂ ਝੱਲਿਆ नहीं गया। ये मोदी सरकार हंकारी सरकार ਅਸੀਂ कह सकते हैं ਜਿਹੜੀ कि किसानों के दर्द ਲਈ बिल्कुल अपने पत्थर दिल ਲਈ बैठा है। ਉਹਨੂੰ सोचना चाहिए किसानों प्रति जो उन्हें काले कानून लैके आते हैं। एड्डी वड्डी जी एक बहुत वड्डी एग्जाम्पल है ਜਿਹੜੀਆਂ सुनहरी अखर च लिखी जाऊ बाबा जी की शहादत का। ਉਹਨੂੰ इस गल ते अमल होना जाना चाहिए भी वेखो अज गुरु महाराज की रजा दे विच ਇਹੋ ਜਿਹੇ पहुंचे हुए साधु एड्डी वड्डी लसानी शहादत दे गए भी मैनू अपने आप चो समझ के ये काले कानूनों नूं बंद करियो। तुसीं भी एक सरकार का हिस्सा हो, कारण की है एड्डी किहड़ी मजबूरी हुंदी सरकार दी कि जिस तरह की एड्डे एड्डे वड्डे स्टैप लिते जान तो उस तो बाद भी सरकार टस तो मस ना हो? कोई ऐसी गल नहीं जी, हंकार है ਉਹਦੇ दिमाग के उत्ते बहुत हंकार चढ़िया होया है। उस परमात्मा वाहिगुरू ने ਉਹਦਾ हंकार तोड़ना है, ਉਹਦਾ संगत ने तोड़ना है। गुरु साहब ने संगत ਨੂੰ ਵੱਡਾ ਮੰਨਿਆ है और ਤੁਸੀਂ ਵੇਖ ਲਓ ਏਡੀ ਵੱਡੀ ਸੰਗਤ ਦਾ ਜਿਹੜਾ ਕੋਈ ਫੈਸਲਾ ਹੋਊਗਾ ਉਹ ਜਿੱਤ ਵਾਲਾ ਹੋਊਗਾ। ਇਹਨੂੰ ਮੂੰਹ ਦੀ ਖਾਣੀ ਪੈਣੀ ਹੈ ਔਰ ਉਹਨੂੰ ਸਾਰਾ ਕੁਝ ਇਹ ਜਿਹੜੇ ਵੀ ਕਾਲੇ ਕਾਨੂੰਨ ਲੈ ਕੇ ਆਏ ਉਹਨੂੰ ਵਾਪਸ ਕਰਨੇ ਪੈਣੇ। ਪਰ ਕਾਂਗੜ ਸਾਹਿਬ ਪੰਜਾਬ ਸਰਕਾਰ ਦੀ ਅਗਰ ਗੱਲ ਕਰੀਏ ਤਾਂ ਅੱਜ ਤੁਸੀਂ ਇੱਥੇ ਪੁੱਜੇ ਹੋ ਤਾਂ ਭਵਿੱਖ ਵਿੱਚ ਇਸ ਤਰ੍ਹਾਂ ਹੋਰ ਕਿਸਾਨੀ ਦਾ ਜਿਹੜੀ ਮੂਵਮੈਂਟ ਹੈ ਕਿਉਂਕਿ ਰਾਜਨੀਤਿਕ ਲੋਕਾਂ ਨੂੰ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਉੱਥੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਵੇਖੋ ਉਹ ਕਿਸਾਨ ਯੂਨੀਅਨ ਦਾ ਇੱਕ ਵਿੰਗ ਹੈ, ਉਹਨੂੰ ਲੀਡ ਕਰ ਰਿਹਾ। ਜੇ ਬਹੁਤੇ ਉੱਥੇ ਜਾ ਕੇ ਵਿੱਚ ਵੜਾਂਗੇ ਉਹਦਾ ਨੁਕਸਾਨ ਹੁੰਦਾ। ਜੇ ਕਿਸਾਨ ਲੀਡਰ ਲੀਡ ਕਰਦੇ ਨੇ ਉਹਨਾਂ ਨੂੰ ਕਰਨਾ ਚਾਹੀਦਾ, ਦੂਜੇ ਬੰਦਿਆਂ ਨੂੰ ਨਹੀਂ ਕਰਨਾ ਚਾਹੀਦਾ। ਇਸ ਕਰਕੇ ਜੋ ਫੈਸਲਾ ਹੋਊਗਾ ਉਹ ਠੀਕ ਹੋਊਗਾ। ਤਾਂ ਤੁਸੀਂ ਵੇਖ ਸਕਦੇ ਹੋ ਕਿ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਉਹਨਾਂ ਨੂੰ ਆਖਿਆ ਗਿਆ ਹੈ ਕਿ ਹੰਕਾਰ ਦੀ ਲੜਾਈ ਹੈ ਤਾਂ ਉਸ ਹੰਕਾਰ ਦੀ ਲੜਾਈ ਦੇ ਖਿਲਾਫ ਜਿਹੜਾ ਹੈ ਅੱਜ ਇੱਥੇ ਇਕੱਤਰ ਹੋਏ ਨੇ। ਤਾਂ ਕੈਬਨਿਟ ਮੰਤਰੀ ਜਿਹੜੇ ਨੇ ਗੁਰਪ੍ਰੀਤ ਕਾਂਗੜ ਅਤੇ ਜਿਹੜੇ ਵਜ਼ੀਰ ਨੇ ਹੋਰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਇੱਥੇ ਪੁੱਜੇ ਨੇ ਜਿਹੜਾ ਕਿ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਪੁੱਜੇ ਨੇ। ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਅਸੀਂ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਸੀਂ ਡੇਰਾ ਸੰਤ ਰਾਮ ਜੀ ਜਿਹੜੇ ਕਿ ਜਿਨ੍ਹਾਂ ਨੇ ਕਿ ਸ਼ਹਾਦਤ ਦਾ ਜਾਮ ਪੀਤਾ, ਕਿਸਾਨਾਂ ਵਾਸਤੇ ਆਪਣੀ ਸ਼ਹਾਦਤ ਦਿੱਤੀ, ਤਾਂ ਉਹਨਾਂ ਦੇ ਡੇਰੇ 'ਚ ਖੜੇ ਹਾਂ ਜਿੱਥੇ ਕਿ ਕੱਲ੍ਹ ਉਹਨਾਂ ਦਾ ਸੰਸਕਾਰ ਕੀਤਾ ਜਾਣਾ ਹੈ। ਤਾਂ ਇਹ ਉਹ ਜਗ੍ਹਾ ਹੈ ਜਿੱਥੇ ਕਿ ਉਹਨਾਂ ਦਾ ਸੰਸਕਾਰ ਹੋਵੇਗਾ। ਤਾਂ ਉਸ ਤੋਂ ਪਹਿਲਾਂ ਜਿਹੜਾ ਹੈ ਵੱਡੀਆਂ ਹਸਤੀਆਂ ਜਿਹੜੀਆਂ ਨੇ ਖਾਸ ਕਰਕੇ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਇੱਥੇ ਪੁੱਜੇ ਨੇ ਤੇ ਜਿਹੜਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤਾਂ ਇੱਕ ਆਪਣੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਨੇ। ਤਾਂ ਜਿੱਥੇ ਸਾਂਸਦ ਦਪਿੰਦਰ ਹੁੱਡਾ ਵੀ ਨੇ ਇੱਥੇ ਪੁੱਜੇ ਨੇ ਤਾਂ ਹੋਰ ਵੀ ਜੀ ਕਈ ਹਸਤੀਆਂ ਨੇ ਇੱਥੇ ਪੁੱਜੀਆਂ ਨੇ। ਤਾਂ ਸਿੱਧੇ ਤੌਰ ਤੇ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਕੁਝ ਸੁਣਵਾਈ ਕਰੇ ਕਿਉਂਕਿ ਕਿਸਾਨ ਸੜਕਾਂ ਤੇ ਨੇ। ਦਿੱਲੀ ਦੀ ਸੜਕਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਿੰਘੂ ਬਾਰਡਰ ਟਿਕਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਨੇ। ਤਾਂ ਜਿਹੜੀ ਹੈ ਸਰਕਾਰ ਬਿੱਲ ਵਾਪਸ ਨਹੀਂ ਕਰ ਰਹੀ। ਮੋਦੀ ਸਰਕਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਕਿਸੇ ਵੀ ਸੂਰਤ 'ਚ ਬਿੱਲਾਂ ਨੂੰ ਵਾਪਸ ਨਹੀਂ ਕਰਨਗੇ ਕਿਉਂਕਿ ਇਹ ਬਿੱਲ ਕਿਸਾਨਾਂ ਦੇ ਹਮਾਇਤੀ ਨੇ। ਦੂਜੇ ਬੰਨੇ ਕਿਸਾਨ ਮਰਦੇ ਪਏ ਨੇ ਤੇ ਕਈ ਹੁਣ ਇੱਕ ਵੱਡਾ ਨਾਮ ਜਿਹੜਾ ਹੈ ਸੰਤ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਵੱਲੋਂ ਆਤਮ ਹੱਤਿਆ ਕੀਤੀ ਗਈ। ਕਿਸਾਨਾਂ ਦੇ ਦਰਦ ਨੂੰ ਨਹੀਂ ਦੇਖਿਆ ਗਿਆ ਤਾਂ ਉਹਦੇ ਕਰਕੇ ਜਿਹੜਾ ਹੈ ਉਹਨਾਂ ਵੱਲੋਂ ਆਤਮ ਹੱਤਿਆ ਕੀਤੀ ਗਈ। ਤਾਂ ਹੁਣ ਜਿਹੜਾ ਹੈ ਕੇਂਦਰ ਸਰਕਾਰ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਇਹ ਵੇਖਣ ਵਾਲੀ ਗੱਲ ਹੋਏਗੀ। ਲੇਕਿਨ ਵੱਡੇ ਅਗਰ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਇਸ ਮਸਲੇ ਦੇ ਵਿੱਚ ਆਪਣੇ ਜਿਹੜੇ ਹੈ ਸਿਆਸੀ ਆਗੂ ਵੀ ਇੱਥੇ ਪੁੱਜੇ ਨੇ ਡੇਰੇ ਤੇ ਜਿਹੜੇ ਕਿ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਨੇ। ਤਾਂ ਉਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਂਸਦ ਦਪਿੰਦਰ ਸਿੰਘ ਹੁੱਡਾ ਰਾਜ ਸਭਾ ਸਾਂਸਦ ਨੇ ਤਾਂ ਉਹ ਵੀ ਇੱਥੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪੁੱਜੇ ਨੇ। ਤਾਂ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਅਸੀਂ ਇਸ ਵਕਤ ਡੇਰੇ 'ਚ ਮੌਜੂਦ ਹਾਂ ਜਿੱਥੇ ਕਿ
ਬਾਬਾ ਜੀ ਦਾ ਇੱਕ ਬਹੁਤ ਵੱਡਾ ਡੇਰਾ ਹੈ ਜਿੱਥੋਂ ਕਿ ਲੋਕ ਭਲਾਈ ਦੇ ਕੰਮ ਜਿਹੜੇ ਬਾਬਾ ਜੀ ਵੱਲੋਂ ਕੀਤੇ ਜਾਂਦੇ ਸੀ। ਤਾਂ ਉਸ ਤੋਂ ਬਾਅਦ ਜਿਹੜਾ ਹੈ ਕਿਸਾਨਾਂ ਵਾਸਤੇ ਇੱਕ ਵੱਡੀ ਸ਼ਹਾਦਤ ਅਗਰ ਗੱਲ ਕੀਤੀ ਜਾਵੇ ਤਾਂ ਕਿਸਾਨ ਸੜਕਾਂ ਤੇ ਨੇ ਤੇ ਜਿਹਨੂੰ ਲੈ ਕੇ ਉਹਨਾਂ ਦਾ ਹਿਰਦਾ ਦੁਖੀ ਹੋਇਆ ਜਿਹਦੇ ਕਰਕੇ ਉਹਨਾਂ ਨੇ ਵੇਖਿਆ ਕਿ ਜਿਹੜਾ ਹੈ ਉਹ ਇਹ ਦੁੱਖ ਬਰਦਾਸ਼ਤ ਨਹੀਂ ਕਰ ਸਕੇ। ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਇੱਕ ਸ਼ਹਾਦਤ ਦਾ ਜਾਮ ਪੀਤਾ ਗਿਆ। ਤਾਂ ਹੁਣ ਮੰਤਰੀ ਸਾਹਿਬਾਨ ਅਤੇ ਜਿਹੜੇ ਇੱਥੋਂ ਦੇ ਰਾਜ ਸਭਾ ਦੇ ਮੈਂਬਰ ਨੇ ਦਪਿੰਦਰ ਹੁੱਡਾ ਉਹ ਵੀ ਇੱਥੇ ਪੁੱਜੇ ਨੇ। ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਡੇਰਾ ਸੰਤ ਬਾਬਾ ਰਾਮ ਸਿੰਘ ਜੀ ਦੀਆਂ, ਜਿੱਥੇ ਕਿ ਇੱਕ ਕਿਸਾਨਾਂ ਵਾਸਤੇ ਸ਼ਹਾਦਤ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਹੁੰਦਾ ਤੇ ਸ਼ਾਇਦ ਆਪਣੇ ਵਾਸਤੇ ਕੀਤਾ ਜਾਂਦਾ, ਲੇਕਿਨ ਪਹਿਲੀ ਵਾਰ ਇੱਕ ਦੇਖਣ ਨੂੰ ਮਿਲਿਆ ਕਿ ਕੋਈ ਵੱਡੀ ਮਹਾਪੁਰਸ਼ ਵੱਲੋਂ ਇੱਕ ਕਿਸਾਨਾਂ ਦਾ ਦਰਦ ਨਹੀਂ ਸਮੇਟਿਆ ਗਿਆ, ਕਿਸਾਨਾਂ ਦਾ ਦਰਦ ਨਹੀਂ ਦੇਖਿਆ ਗਿਆ। ਕਿਸਾਨ ਸੜਕਾਂ ਤੇ ਸੌਂਦੇ ਨੇ, ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਉਹਨਾਂ ਵੱਲੋਂ ਇਹ ਆਖਿਆ ਗਿਆ ਹੈ ਕਿ ਜਦੋਂ ਇੱਕ 17 ਸਾਲ ਦਾ ਬੱਚਾ ਜਿਹੜਾ ਹੈ ਟਰਾਲੀ ਤੋਂ ਡਿੱਗ ਕੇ ਮੌਤ ਦਾ ਸ਼ਿਕਾਰ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮਨ 'ਚ ਕਾਫੀ ਠੇਸ ਪਹੁੰਚੀ ਤਾਂ ਉਹਨਾਂ ਨੇ ਆਪਣੇ ਆਪ ਦੀ ਕੁਰਬਾਨੀ ਦਿੱਤੀ। ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ, ਕਿਉਂਕਿ ਇੱਕ ਵੱਡੀ ਜਿਹੜੀ ਹੈ ਸ਼ਹਾਦਤ ਇੱਥੇ ਨੇ। ਤਾਂ ਸਰਦਾਰ ਤ੍ਰਿਪਤ ਰਜਿੰਦਰ ਬਾਜਵਾ ਵੀ ਗੱਲਬਾਤ ਕਰਾਂਗੇ। ਬਾਜਵਾ ਸਾਹਿਬ ਕੀ ਕਹਿਣਾ ਚਾਹੋਗੇ, ਜਿਹੜੀ ਹੈ ਇੱਕ ਸ਼ਹਾਦਤ ਹੈ, ਕੀ ਕਹਿਣਾ ਚਾਹੋਗੇ? ਸ਼ਹਾਦਤ ਆਪਣੀ ਕਿਸਮ ਦੀ ਹੈ ਜੀ। ਕਿਸਾਨੀ ਵਾਸਤੇ ਇੱਕ ਏਡਾ ਵੱਡਾ ਕਦਮ ਚੁੱਕ ਗਏ ਨੇ। ਤੇ ਦਿੱਲੀ ਸਰਕਾਰ ਨੂੰ ਬੇਨਤੀ ਹੈ ਆਪਣਾ ਰਾਜ ਹੱਟ ਛੱਡ ਕੇ ਕੋਈ ਨਾ ਕੋਈ ਪ੍ਰੋਬਲਮ ਦਾ ਕੋਈ ਹੱਲ ਲੱਭਣ। ਬਾਜਵਾ ਸਾਹਿਬ ਤੁਸੀਂ ਬੜੇ ਪੁਰਾਣੇ ਪੋਲੀਟੀਸ਼ੀਅਨ ਹੋ, ਪੰਜਾਬ ਦੇ ਨਾਲ ਜੁੜੇ ਹੋਏ ਕਿਹਾ ਜਾਂਦਾ ਹੈ ਜ਼ਮੀਨੀ ਪੱਧਰ ਦੇ ਉੱਤੇ, ਇਸ ਤਰ੍ਹਾਂ ਦੀ ਕਦੀ ਤੁਸੀਂ ਸਰਕਾਰ ਦਾ ਐਟੀਟਿਊਡ ਕਦੀ ਦੇਖਿਆ ਕਿਸੇ ਵੀ ਸਰਕਾਰ ਦਾ? ਅਗਰ ਰਾਜ ਸਰਕਾਰ ਦੀ ਗੱਲ ਕੀਤੀ ਜਾਂ ਕੇਂਦਰ, ਕਾਫੀ ਸਰਕਾਰਾਂ ਤੁਸੀਂ ਵੇਖੀਆਂ। ਨਹੀਂ ਜੀ, ਮੈਂ ਨਹੀਂ ਕਦੇ ਦੇਖਿਆ। ਜੇ ਕਹਿੰਦੇ ਨੇ ਲੋਕਾਂ ਦੇ ਭਲੇ ਲਈ ਕੀਤਾ ਤੇ ਜਿਨ੍ਹਾਂ ਦੇ ਭਲੇ ਲਈ ਕੀਤਾ ਉਹ ਸਾਰੇ ਦੁਖੀ ਫਿਰਦੇ ਨੇ, ਫਿਰ ਕੋਈ ਗੱਲ ਤੇ ਕੋਈ ਹੋਣੀ ਹੈ। ਫਿਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸੋਚਣਾ ਚਾਹੀਦਾ, ਸੋਚ ਕੇ ਹੱਲ ਲੱਭਣ। ਸਾਨੂੰ ਦੁਸ਼ਮਣ ਨਾ ਸਮਝਣ, ਸਾਨੂੰ ਦੁਸ਼ਮਣ ਨਾ ਬਣਾਉਣ, ਸਾਨੂੰ ਆਪਣਾ ਸਮਝ ਕੇ ਫੈਸਲਾ ਕਰੋ। ਤੁਸੀਂ ਪਿਛੋਕੜ ਤੁਹਾਡਾ ਕਿਸਾਨੀ ਹੈ, ਕਿਸਾਨੀ ਨਾਲ ਜੁੜੇ ਹੋ, ਤੁਹਾਡੇ ਸਾਰੇ ਪਰਿਵਾਰ ਦੀ ਗੱਲ ਕਰੀਏ ਤਾਂ ਤੁਸੀਂ ਵੀ ਕਿਸਾਨੀ ਨਾਲ ਜੁੜੇ ਹੋ, ਤਾਂ ਕੀ ਸਮਝਦੇ ਹੋ ਕਿ ਕਿਸਾਨਾਂ ਵਾਸਤੇ ਕਿੰਨਾ ਕੁ ਇਹ ਜਿਹੜਾ ਹੈਗਾ ਨੁਕਸਾਨਦੇਹ ਹੈ, ਇਸ ਤਰ੍ਹਾਂ ਦੀ ਚੀਜ਼ਾਂ ਹੋਣੀਆਂ? ਨਹੀਂ, ਨੁਕਸਾਨਦੇਹੀ ਹੈ ਤੇ ਤਾਂ ਹੀ ਲੱਖਾਂ ਦੁਨੀਆ ਫਿਰਦੀ ਹੈ। ਨੁਕਸਾਨਦੇਹੀ ਤਾਂ ਹੀ ਇਹੋ ਜਿਹਾ ਬੰਦਾ ਸੈਂਸਿਟਿਵ ਗੱਲ ਸੋਚਣਾ ਭਾਜਪਾ ਨੇਤਾ ਅੱਜ ਵੀ ਉਹੀ ਕਹਿ ਰਹੇ ਨੇ ਕਿ ਸਾਡਾ ਬਿੱਲ ਬਹੁਤ ਵਧੀਆ, ਸਾਡਾ ਬਿੱਲ ਬਹੁਤ ਵਧੀਆ। ਇੱਕੋ ਰੱਟ ਲਗਾਈ ਉਹਨਾਂ ਨੇ ਕਿ ਬਿੱਲ ਬਹੁਤ ਵਧੀਆ, ਕਿ ਕਾਂਗਰਸ ਜਿਹੜੀ ਹੈ ਭੜਕਾ ਰਹੀ ਹੈ। ਦੇਖੋ, ਸਾਰੀ ਦੁਨੀਆ, ਨਾ ਕੋਈ ਇੱਥੇ ਸਾਰੇ ਕਾਂਗਰਸੀ ਨੇ ਨਾ ਸਾਰੇ ਅਕਾਲੀ ਨੇ, ਹਰ ਆਪ ਆਪਣੇ ਦੁੱਖ ਲਿਆ। ਜਿੰਨੇ ਕਿਸਾਨ ਨੇ ਆਪ ਆਪਣੇ ਦੁੱਖ ਲਿਆ, ਸੋਚ ਵੱਖਰੀ ਕਰੀ ਆ, ਪਰ ਇੱਕ ਨਿਸ਼ਾਨਾ ਇੱਕ ਹੈ, ਇਹ 'ਚ ਕਿਸਾਨੀ ਦਾ ਨੁਕਸਾਨ ਹੈ। ਆਪਣੀ ਜਿੱਦ ਛੱਡਣ ਸੈਂਟਰ ਸਰਕਾਰ ਵਾਲੇ ਤੇ ਕੋਈ ਰਾਹ ਲੱਭਣ। ਅੱਜ ਆਮ ਆਦਮੀ ਪਾਰਟੀ ਵੀ ਤੁਹਾਡੀ ਰਾਹ ਤੇ ਚੱਲਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਬਿੱਲ ਰੱਦ ਕੀਤੇ ਸੀ ਉਹ ਵੀ ਰੱਦ ਕਰ ਰਹੇ। ਚਲੋ ਜੀ, ਚੰਗੀ ਗੱਲ ਆ, ਪਰ ਕਿਸਾਨ ਦੇ ਬਾਰੇ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ। ਕਿਸਾਨੀ ਮਰ ਰਹੀ ਹੈ, ਕਰਜ਼ੇ ਤੇ ਲਿਆਈ ਹੋਈ ਹੈ, ਸੋ ਜ਼ਰੂਰ ਸੋਚੋ। ਪਰ ਭਾਜਪਾ ਨੇਤਾ ਕਿਉਂ ਇਹ ਰਾਗ ਆਗ ਰਹੇ ਨੇ ਬਾਰ-ਬਾਰ? ਉਹ ਕਹਿੰਦੇ ਜੀ ਕਿਸਾਨੀ ਦਾ ਬੁਰਾ ਹਾਲ ਸੀ, ਅਸੀਂ ਚੰਗੇ ਬਿੱਲ ਲਿਆਂਦੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਸਾਨ ਹੋਰ ਪੈਸੇ ਵਾਲਾ ਬਣੇ। ਬਦਕਿਸਮਤੀ ਆ ਵੀ ਨਾ ਮੋਦੀ ਸਾਹਿਬ ਕਿਸਾਨ, ਨਾ ਜਿਹੜਾ ਐਗਰੀਕਲਚਰ ਮਿਨਿਸਟਰ ਕਦੇ ਉਹਨੇ ਕਿਸਾਨੀ ਕੀਤੀ। ਕੱਲ ਮਲਕ ਸਾਹਿਬ ਨੇ, ਸ਼ਵੇਤ ਮਲਕ ਸਾਹਿਬ ਵੱਲੋਂ ਵੀ ਬੜੇ ਨਾ ਪੁਸ਼ ਜੀ ਨੇ ਕਦੇ ਕਿਸਾਨੀ ਕੀਤੀ। ਤੇ ਸਾਡੇ ਬਾਰੇ ਫੈਸਲਾ ਉਹ ਕਰ ਰਹੇ ਨੇ ਜਿਨ੍ਹਾਂ ਨੇ ਕਦੇ ਕਿਸਾਨੀ ਕੀਤੀ ਹੀ ਨਹੀਂ। ਸੋ ਬਦਕਿਸਮਤੀ ਇਸ ਗੱਲ ਦੀ। ਸ਼ੁਕਰੀਆ। ਤਾਂ ਇਹ ਸੀ ਬਾਜਵਾ ਜਿਨ੍ਹਾਂ ਵੱਲੋਂ ਆਖਿਆ ਗਿਆ ਰਿਹਾ ਕਿ ਜਿਹੜਾ ਹੈ ਜਿਨ੍ਹਾਂ ਨੇ ਕਿਸਾਨੀ ਨਹੀਂ ਕੀਤੀ ਉਹ ਕਿਸਾਨਾਂ ਬਾਰੇ ਕੀ ਸੋਚਣਗੇ। ਤਾਂ ਇੱਕ ਵਾਰ ਫੇਰ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਡੇਰਾ ਸੰਤ ਬਾਬਾ ਰਾਮ ਸਿੰਘ ਜੀ ਦੀਆਂ, ਜਿੱਥੇ ਕਿ ਇੱਕ ਵੱਡੀ ਸ਼ਹਾਦਤ ਜਿਹੜੀ ਬਾਬਾ ਜੀ ਵੱਲੋਂ ਦਿੱਤੀ ਗਈ ਹੈ। ਸਾਡੇ ਨਾਲ ਸਾਂਸਦ ਦਪਿੰਦਰ ਹੁੱਡਾ ਜੀ ਮੌਜੂਦ ਨੇ। ਸਰ, ਕੀ ਕਹਿਣਾ ਚਾਹੋਗੇ ਕਿ ਸਰਕਾਰ ਜਿਹੜੀ ਹੈ ਇੱਕ ਬਾਰ-ਬਾਰ ਇੱਕੋ ਜ਼ਿੱਦ ਕਰ ਰਹੀ ਹੈ ਕਿ ਬਿੱਲ ਠੀਕ ਨੇ, ਪਰ ਇੱਥੇ आत्म हत्या हो रही है जमीनी पद्धर पे? मैं श्रद्धांजलि देता हूँ संत राम सिंह जी को। उन्होंने आत्म बलिदान किया है और उनका बलिदान देश का किसान नहीं भूल सकता। सरकार से हम आग्रह करते हैं कि अब जिद छोड़े
हट छोड़े और किसानों की मांगों को मानते हुए तीनों बिलों को वापस ले। पर भाजपा नेता बार बार कह रहे हैं कि एक ही बात बोली जा रहे हैं कि ये बिल ठीक है, ये बिल ठीक है। आप क्या कहना चाहेंगे? ये राजहट है। जब जिन किसानों के लिए आप बता रहे हो ये बिल ठीक है, वो किसान कह रहे हैं बिल ठीक नहीं है। आप कह रहे हो किसानों को फायदा है, किसान कह रहे हैं हमें ये चीज नहीं चाहिए, तो आप क्यों जिद कर रहे हैं? तो अब जो है अब आने वाले समय में कांग्रेस की क्या रणनीति रहेगी अगर हरियाणा की बात? हम ये हरियाणा में तो हम अविश्वास प्रस्ताव लाएंगे इस सरकार के खिलाफ। इस सरकार लोगों का विश्वास खो चुकी है। आप एक पुराने नेता हैं, आप समझते इस तरह का आंदोलन कभी देखा आपने, कभी अपने राजनीति करी? आज तक नहीं देखा। मैं इतना मतलब मैं अपने जीवन में मैंने ऐसा कोई आंदोलन नहीं देखा। पर भाजपा के पूरा देश का किसान एकजुट है। जो इस देश के किसान को बांटने की कोशिश जो कर रही है बीजेपी, उस बीजेपी का भी चेहरा बेनकाब हो गया है। पर कारण क्या है? उनके नेता बार बार बोले 8 गुना इनकम हो जाएगी, 7 गुना इनकम हो जाएगी। ऐसे ये आप खुद बताओ, ये जो कॉरपोरेट घराने हैं वो क्या जो है किसी की इनकम बढ़ाने के लिए या अपने खुद के प्रॉफिट को बढ़ाने के लिए अपना कारोबार करते हैं? सरकार ने औद्योगिक घरानों के हितों को किसान हित से ऊपर रखा है। यही लड़ाई है हमारी। तो औद्योगिक घरानों के पास क्या ऐसी कोई चीज है जो इसके किसानों की जो है उनकी आय बढ़ा सकते हो? मैं मानता हूं कि ये जो है किसानों की आय, एक मिनट, जो ये इनकम बढ़ा सकते हैं उनकी? देखिए, प्रश्न जो न्यूनतम समर्थन मूल्य है उससे ऊपर खरीद का प्रश्न है। उससे नीचे खरीद की छूट, शोषण, किसान को शोषण करके छूट की जो दी जा रही है कॉर्पोरेट घरानों को, हम उससे खिलाफ। कल कौन कौन आएंगे सर इनके? हम सभी आएंगे, पूरी संगत जुड़ेगी, पूरा प्रदेश आएगा। तो ऐसी दीपेंद्र हुड्डा जो कि राज्यसभा सांसद ने, तो ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇੱਥੇ ਜਿਹੜੇ ਲੋਕ ਆ ਰਹੇ ਨੇ ਤਾਂ ਸਿੱਧੇ ਤੌਰ ਤੇ ਮੋਦੀ ਸਰਕਾਰ ਦੇ ਖਿਲਾਫ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਆਖਣਾ ਹੈ ਕਿ ਸਰਕਾਰ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ ਕਿਉਂਕਿ ਹੁਣ ਜਿਨ੍ਹਾਂ ਵਾਸਤੇ ਕਾਨੂੰਨ ਬਣੇ ਨੇ ਉਹ ਹੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਨੇ ਤਾਂ ਸਰਕਾਰ ਕਿਉਂ ਅਸਰ ਦੀ ਜ਼ਿੱਦ ਕਰਕੇ ਜਿਹੜਾ ਹੈ ਇਹ ਕਾਨੂੰਨ ਲੈ ਕੇ ਆ ਰਹੀ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਕਰਨਾਲ।